आओ बेटे ਅੱਜ ਅਸੀਂ ਸ਼ੁਰੂ ਕਰਦੇ ਹਾਂ 8ਵੀਂ ਜਮਾਤ ਦਾ ਪਾਠ 6 ਜਾਲਣ ਅਤੇ ਲਾਟ ਕੰਬਸ਼ਨ ਐਂਡ ਫਲੇਮ। ਤੁਸੀਂ ਆਪਣੇ ਘਰਾਂ ਦੇ ਵਿੱਚ ਦੇਖੋ ਬਹੁਤ ਸਾਰੇ ਸਮਾਨ ਹੁੰਦੇ ਜਿਹੜੇ ਜਲਦੇ ਹੈ ਚਲਾਟ ਦਿੰਦੇ ਹੈ। ਜੇ ਤੁਸੀਂ ਇੱਕ ਸੂਚੀ ਬਣਾਓਗੇ ਕਿਹੜੇ ਕਿਹੜੇ ਸਮਾਨ ਉਹਦੇ ਸ਼ਾਮਲ ਹੋਣਗੇ, ਜਿਵੇਂ ਗੋਬਰ ਦੀਆਂ ਪਾਥੀਆਂ, ਕੋਲਾ, ਲੱਕੜੀ, ਪੈਟਰੋਲ, ਡੀਜ਼ਲ, ਨਪੀੜਤ ਗੈਸ ਜਾਂ LPG। ਤੁਸੀਂ ਮੋਮਬੱਤੀ ਦੇ ਜਲਣਾ ਦੇਖਿਆ ਹੋਣਾ, ਪਰ ਮੋਮਬੱਤੀ ਦੇ ਜਲਣਾ ਅਤੇ ਲੱਕੜ ਦਾ ਜਲਣਾ ਇਹਨਾਂ 'ਚ ਕੀ ਫਰਕ ਹੈ ਬੇਟੇ? ਦੇਖੋ, ਜਦੋਂ ਲੱਕੜ ਜਲਦੀ ਹੈ ਉਦੋਂ ਤਾਪ ਪੈਦਾ ਹੁੰਦਾ ਹੈ, ਗਰਮੀ ਆਉਂਦੀ ਹੈ। ਜਦੋਂ ਮੋਮਬੱਤੀ ਜਲਦੀ ਹੈ ਉਦੋਂ ਤਾਪ ਨਹੀਂ ਪੈਦਾ ਹੁੰਦਾ ਤਾਂ ਹੈ, ਬਹੁਤ ਘੱਟ ਪੈਦਾ ਹੁੰਦਾ ਹੈ। ਮੋਮਬੱਤੀ ਨਾਲ ਕੀ ਪੈਦਾ ਹੁੰਦਾ ਹੈ? ਰੋਸ਼ਨੀ ਪੈਦਾ ਹੁੰਦੀ ਹੈ, ਪ੍ਰਕਾਸ਼ ਆਉਂਦਾ ਹੈ। ਇਸ ਦਾ ਮਤਲਬ ਮੋਮਬੱਤੀ ਵਿੱਚ ਲਾਟ ਹੁੰਦੀ ਹੈ। ਅੱਜ ਅਸੀਂ ਇਹੀ ਦੋ ਚੀਜ਼ਾਂ ਪੜ੍ਹਾਂਗੇ, ਜਾਲਣ ਅਤੇ ਲਾਟ। ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਜਾਲਣ ਦੀ। ਜਾਲਣ ਕੀ ਹੈ ਬੇਟੇ? ਜਾਲਣ ਬੇਟੇ ਇੱਕ ਰਸਾਇਣਿਕ ਕਿਰਿਆ ਹੈ ਜਿਸ ਦੇ ਵਿੱਚ ਕੋਈ ਪਦਾਰਥ ਜਲਣਾ ਸ਼ੁਰੂ ਹੁੰਦਾ ਹੈ ਤੇ ਗਰਮੀ ਪੈਦਾ ਕਰਦਾ ਹੈ। ਪਰਿਭਾਸ਼ਾ ਇਹਦੀ ਕੀ ਹੋਗੀ? ਉਹ ਰਸਾਇਣਿਕ ਕਿਰਿਆ ਜਿਸ ਵਿੱਚ ਪਦਾਰਥ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਗਰਮੀ ਦਿੰਦਾ ਹੈ, ਜਾਲਣ ਅਖਵਾਉਂਦਾ ਹੈ। ਜਿਹੜਾ ਪਦਾਰਥ ਜਲਦਾ ਹੈ ਉਸ ਨੂੰ ਜਲਣਸ਼ੀਲ ਪਦਾਰਥ ਕਿਹਾ ਜਾਂਦਾ ਹੈ ਅਤੇ ਇਸ ਕਿਰਿਆ ਨੂੰ ਜਾਲਣ ਜਾਂ ਬਾਲਣ ਵੀ ਕਹਿੰਦੇ ਹਨ। ਹੁਣ ਆਪਾਂ ਜੇ ਘਰ ਦੇ ਵਿੱਚ ਦੇਖੀਏ, ਬਹੁਤ ਸਾਰੇ ਸਮਾਨ ਹੈ ਜਿਹੜੇ ਜਲਦੇ ਹੈ, ਕੁਝ ਸਮਾਨ ਇਹੋ ਜਿਹੇ ਵੀ ਜਿਹੜੇ ਕਿ ਨਹੀਂ ਜਲਦੇ ਨੇ ਆਪਣੇ ਘਰਾਂ ਵਿੱਚ। ਚਲੋ ਪਹਿਲੇ ਕਿਰਿਆ ਕਰਦੇ ਬੇਟੇ। 6.1 ਕਿਰਿਆ ਹੈ, ਕਿਹੜੇ ਕਿਹੜੇ ਪਦਾਰਥ ਜਲਦੇ ਹੈ। 6.1 ਕਿਰਿਆ ਦੇਖੋ ਬੇਟੇ, ਜਲਨਸ਼ੀਲ ਅਤੇ ਨਾ ਜਲਨਸ਼ੀਲ ਪਦਾਰਥ। ਪਦਾਰਥ ਜਲਨਸ਼ੀਲ, ਨਾ ਜਲਨਸ਼ੀਲ। ਪਹਿਲੇ ਨੰਬਰ ਤੇ ਲੱਕੜੀ ਹੈ, ਕੀ ਇਹ ਜਲਨਸ਼ੀਲ ਹੈ? ਹਾਂਜੀ, ਇਹ ਜਲਨਸ਼ੀਲ ਹੈ, इतने टिक ला देंगे। कागज जलनशील है, जल जाता है, हाँ जी, इतने टिक ला देंगे। लोहे के किल, लोहे के किल बेटे जलते नहीं है, इहदे लावांगे ना जलनशील। मिट्टी का तेल, इहदी वरतों करते हैं घर विच, ये भी जलनशील है, जलनशील ते टिक ला देंगे। पत्थर का टुकड़ा, ये नहीं जलता, ये ना जलनशील हो गया। स्ट्रो, स्ट्रो बेटे प्लास्टिक की होंगी जिहदे नाल असीं कोई कोल्ड ड्रिंक्स वगैरह पींदे हैं, पर वो भी जलनशील है। जे आप माचिस नाल नूं अग लाइए जल जाती है। ਲੱਕੜ ਦਾ ਖੋਲਾ, ये भी जलनशील है। माचिस ਦੀਆਂ तीलियां, ये भी जलनशील है। कंच, कंच बेटे जलनशील नहीं है। तो इस तरह ਅਸੀਂ मतलब जलनशील पदार्थ अलग रख सकते हैं, ना जलनशील पदार्थ अलग कर सकते हैं क्रिया ਦੇ ਵਿੱਚ। ਅੱਗੇ ਇੱਕ ਹੋਰ ਬੇਟੇ ਕਿਰਿਆ ਦਿੱਤੀ ਗਈ ਹੈ ਕਿ ਜੇ ਅਸੀਂ ਕੋਈ ਪਦਾਰਥ ਜਲਾਣਾ ਹੈ ਤਾਂ ਆਪਾਂ ਨੂੰ ਕਿਹੜੀ ਕਿਹੜੀ ਸਮੱਗਰੀ ਦੀ ਚੀਜ਼ ਲੋੜ ਹੈ? ਮੇਨ ਬੇਟੇ ਇੱਕ ਤਾਂ ਜਦੋਂ ਕੋਈ ਆਪਾਂ ਨੇ ਕੋਈ ਜਲਣ ਦੀ ਕਿਰਿਆ ਕਰਨੀ ਹੈ, ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਜਲਨਸ਼ੀਲ ਪਦਾਰਥ, ਜਿਹੜਾ ਪਦਾਰਥ ਜਲਨਸ਼ੀਲ ਹੋਵੇ, ਜਿਸ ਨੂੰ ਅਸੀਂ ਅੱਗ ਲਾ ਸਕੀਏ। ਦੂਜੀ ਉੱਥੇ ਚਾਹੀਦੀ ਹੁੰਦੀ ਹੈ ਆਕਸੀਜਨ। ਚਲੋ ਆਹ ਕਿਰਿਆ ਕਰਦੇ ਹਾਂ, ਫਿਰ ਆਪਾਂ ਨੂੰ ਪਤਾ ਲੱਗ ਜਾਊਗਾ। ਦੇਖੋ ਚਿੱਤਰ ਇਹਦੇ ਵਿੱਚ ਬੇਟੇ ਇੱਕ ਟੇਬਲ ਦੇ ਉੱਤੇ ਦੋ ਲੱਕੜ ਦੀ ਬਰੀਕ ਫੱਟੀਆਂ ਰੱਖ ਕੇ ਮੋਮਬੱਤੀ ਲਾਈ ਗਈ ਹੈ, ਉੱਤੇ ਚਿਮਨੀ ਰੱਖੀ ਗਈ ਹੈ। ਹੁਣ ਇਸ ਚਿਮਨੀ ਦੇ ਵਿੱਚ ਦੇਖੋ ਬੇਟੇ ਥੱਲੇ ਤੋਂ ਵੀ ਹਵਾ ਨਹੀਂ ਜਾ ਰਹੀ ਹੈ, ਉੱਤੇ ਨੂੰ ਹਵਾ ਨਿਕਲਦੀ ਹੈ। ਜਦੋਂ ਮੋਮਬੱਤੀ ਜਲਾਉਂਦੇ ਹੈ ਸਹੀ ਤਰੀਕੇ ਨਾਲ ਜਲਦੀ ਹੈ, ਲਾਟ ਦਿੰਦੀ ਹੈ ਪ੍ਰੋਪਰ। ਦੂਜੀ ਦੇ ਵਿੱਚ ਦੇਖੋ ਕੀ ਕੀਤਾ ਹੈ, ਬੀ ਪਾਰਟ ਦੇ ਵਿੱਚ ਬੇਟੇ ਉਹ ਲੱਕੜ ਦੀ ਦੋ ਫੱਟੀਆਂ ਜੀ ਕੱਢ ਲਈ ਤੇ ਜਿਹੜੀ ਚਿਮਨੀ ਹੈ ਉਹ ਡਾਇਰੈਕਟ ਟੇਬਲ ਦੇ ਉੱਤੇ ਆ ਗਈ ਹੈ। ਹੁਣ ਇਹਨੂੰ ਆਕਸੀਜਨ ਤੋਂ ਹਵਾ ਤਾਂ ਮਿਲਦੀ ਹੈ, ਪਰ ਥੋੜੀ ਘੱਟ ਮਿਲਦੀ ਹੈ, ਕ੍ਰੋਸ ਨਹੀਂ ਹੁੰਦੀ। ਤੁਸੀਂ ਦੇਖੋ ਇਹ ਜਿਹੜੀ ਮੋਮਬੱਤੀ ਹੈ ਕੰਬਦੀ ਹੈ। ਤੀਜੇ 'ਚ ਦੇਖੋ ਉੱਪਰ ਵੀ ਕਵਰ ਰੱਖਤਾ ਇੱਕ। ਹੁਣ ਮੋਮਬੱਤੀ ਨੂੰ ਨਾ ਹੇਠਾਂ ਤੋਂ ਹਵਾ ਮਿਲਦੀ ਨਾ ਉੱਪਰ ਤੋਂ ਹਵਾ ਮਿਲਦੀ, ਉਹ ਕੁਝ ਦੇਰ ਬਾਅਦ ਕੀ ਹੁੰਦਾ, ਬੁੱਝ ਜਾਂਦੀ ਹੈ। ਇਸ ਦਾ ਮਤਲਬ ਹੈ ਜਾਲਣ ਦੇ ਲਈ ਹਵਾ, ਜਾਂ ਤੁਸੀਂ ਕਹਿ ਸਕਦੇ ਹੋ ਆਕਸੀਜਨ ਜ਼ਰੂਰੀ ਹੈ। ਜੇ ਹਵਾ ਆਕਸੀਜਨ ਉੱਤੇ ਹੋਊਗੀ ਤਾਂ ਹੀ ਜਲਨਸ਼ੀਲ ਪਦਾਰਥ ਨੂੰ ਅੱਗ ਲੱਗੂਗੀ, ਅਦਰਵਾਈਜ਼ ਉਹਨੂੰ ਅੱਗ ਨਹੀਂ ਲੱਗਣੀ। ਇਸ ਤੋਂ ਬਾਅਦ ਬੇਟੇ ਬਾਕੀ ਤੁਸੀਂ ਪੜ੍ਹ ਲੈਣਾ ਕਿਤਾਬ ਦੇ ਵਿੱਚ। ਅੱਗੇ ਆਪਣਾ ਆਉਂਦਾ ਹੈ 6.3 ਕਿਰਿਆ। ਸਿੰਪਲ ਕਿਰਿਆ ਹੈ। ਇੱਕ ਲੱਕੜੀ ਜਾਂ ਲੱਕੜ ਦੇ ਕੋਲੇ ਦਾ ਬਲਦਾ ਹੋਇਆ ਟੁਕੜਾ ਲਿਓ, ਲੋਹੇ ਦੀ ਪਲੇਟ ਵਿੱਚ ਰੱਖੋ। ਇਸਨੂੰ ਕੰਚ ਦੇ ਜਾਰ ਜਾਂ ਪਦਾਰਥ ਪਾਰਦਰਸ਼ਕ ਪਲਾਸਟਿਕ ਦੇ ਜਾਰ ਨਾਲ ਢੱਕ ਦਿਓ। ਦੇਖੋ ਕੀ ਹੁੰਦਾ ਹੈ, ਕੀ ਉਸ ਤੋਂ ਲਾਟ ਨਿਕਲਦੀ ਹੈ? ਨਹੀਂ ਬੇਟੇ, ਉਸ ਤੋਂ ਲਾਟ ਨਹੀਂ ਨਿਕਲੂਗੀ, ਉਹਨੇ ਰੋਸ਼ਨੀ ਨਹੀਂ ਪੈਦਾ ਕਰਨੀ। ਕੁਝ ਦੇਰ ਬਾਅਦ ਉਹ ਬੁੱਝ ਜੂਗਾ।
ਲੱਕੜ ਦਾ ਕੋਲਾ ਜਿਹੜਾ ਹੈ ਉਹ ਜਲਦਾ ਹੈ, ਉਹ ਲਾਟ ਨਹੀਂ ਦਿੰਦਾ। ਹੁਣ ਅਸੀਂ ਕਰਦੇ ਹੋਏ ਜੇ ਤੁਸੀਂ ਦੇਖਿਆ ਹੋਣਾ, ਤੁਹਾਡੀ ਮਾਤਾ ਜੀ ਰਸੋਈ ਵਿੱਚ ਕੰਮ ਕਰਦੀਆਂ ਜਾਂ ਕਿਤੇ ਹੋਰ ਅੱਗ ਲਾਉਂਦੇ ਹੋਏ ਜੇ ਦੇਖਦੇ ਸੀ, ਬਹੁਤ ਸਾਰੀਆਂ ਚੀਜ਼ਾਂ ਤਾਂ ਅਜਿਹੀ ਹੁੰਦੀਆਂ, ਜਿਵੇਂ ਅਸੀਂ ਮਾਚਿਸ ਦੀ ਤਿੱਲੀ ਲਈ, ਜਲਾਈ ਤੇ ਉਹਨੂੰ ਅੱਗ ਲਾਤੀ, ਉਹ ਉਸ ਚੀਜ਼ ਨੂੰ ਅੱਗ ਲੱਗ ਜਾਂਦੀ ਹੈ। ਕੁਝ ਚੀਜ਼ਾਂ ਇਹੋ ਜਿਹੀ ਹੁੰਦੀਆਂ, ਅਸੀਂ ਮਾਚਿਸ ਜਲਾ ਕੇ ਮਾਚਿਸ ਖਰਾਬ ਕਰ ਦਿੰਦੇ ਹਾਂ ਪਰ ਅੱਗ ਨਹੀਂ ਲੱਗਦੀ। ਜਿਵੇਂ ਲੱਕੜ ਲੈ ਲਓ, ਕੋਈ ਲੱਕੜ ਦਾ ਮੋਟਾ ਪੀਸ ਹੈ, ਤੁਸੀਂ ਇਹਨੂੰ ਮਾਚਿਸ ਨਾਲ ਅੱਗ ਲਾਉਣ ਦੀ ਕੋਸ਼ਿਸ਼ ਕਰੋ, ਕੀ ਜਲ ਜੂਗਾ? ਉਹ ਨਹੀਂ ਜਲਦਾ। ਜਦੋਂ ਸਗੋਂ ਤੁਸੀਂ ਇੱਕ ਕਾਗਜ਼ ਦਾ ਟੁਕੜਾ ਲੈ ਲਓ, ਕਾਗਜ਼ ਦਾ ਪੀਸ, ਉਹਨੂੰ ਮਾਚਿਸ ਨਾਲ ਅੱਗ ਲਾਓ, ਉਹ ਜਲ ਜੂਗਾ। ਬਹੁਤ ਸਾਰੀਆਂ ਚੀਜ਼ਾਂ ਡਾਇਰੈਕਟ ਮਾਚਿਸ ਨਾਲ ਹੀ ਅੱਗ ਲੱਗ ਜਾਂਦੀ ਉਹਨਾਂ ਨੂੰ, ਕੁਝ ਚੀਜ਼ਾਂ ਨੂੰ ਮਾਚਿਸ ਨਾਲ ਅੱਗ ਨਹੀਂ ਲੱਗਦੀ। ਇਹ ਕੀ ਕਾਰਨ ਹੈ ਬੇਟੇ? ਇਸ ਦਾ ਕਾਰਨ ਹੈ ਜਾਲਣ ਤਾਪਮਾਨ। ਹਰੇਕ ਪਦਾਰਥ ਦਾ ਜਾਲਣ ਤਾਪਮਾਨ ਵੱਖਰਾ ਵੱਖਰਾ ਹੁੰਦਾ ਹੈ, ਤੇ ਉਹ ਚੱਲਣ ਤਾਪਮਾਨ ਹੈ ਕਿ ਉਹ ਘੱਟੋ ਘੱਟ ਤਾਪਮਾਨ ਜਿਸ ਤੇ ਕੋਈ ਪਦਾਰਥ ਜਲਣਾ ਸ਼ੁਰੂ ਕਰਦਾ ਹੈ। ਹੁਣ ਤੁਸੀਂ ਦੇਖੋ, ਜੰਗਲ ਹੈ, ਜੰਗਲ ਵਿੱਚ ਅੱਗ ਲੱਗ ਜਾਂਦੀ ਸੀ, ਦੇਖਿਆ ਟੀਵੀ ਦੇ ਵਿੱਚ ਖਬਰਾਂ ਆਉਂਦੀਆਂ, ਜੰਗਲਾਂ ਵਿੱਚ ਅੱਗ ਲੱਗੀ ਹੋਈ ਹੈ। ਅਮਰੀਕਾ ਦੇ ਹੁਣ ਪਿਛਲੇ 2 ਮਹੀਨੇ ਦੀ ਗੱਲ ਹੈ, ਕੈਲੀਫੋਰਨੀਆ ਜੰਗਲਾਂ ਵਿੱਚ ਅੱਗ ਲੱਗੀ ਹੋਈ ਸੀ, 2-3 ਦਿਨ ਤੱਕ ਟੀਵੀ ਤੇ ਖਬਰ ਆਈ ਗਈ। ਪਰ ਕੀ ਉਹ ਅੱਗ ਆਪੇ ਲੱਗੀ ਹੋਣੀ? ਨਹੀਂ ਬੇਟੇ, ਉਹ ਅੱਗ ਆਪੇ ਨਹੀਂ ਲੱਗਦੀ, ਕਿਉਂਕਿ ਜੰਗਲ ਦੇ ਵਿੱਚ ਲੱਕੜ ਹੁੰਦੀ ਹੈ, ਔਰ ਲੱਕੜ ਦਾ ਜਲਣ ਤਾਪਮਾਨ ਹੁੰਦਾ ਹੈ ਜੋ ਕਿ ਆਪਣੇ ਆਪ ਅੱਗ ਨਹੀਂ ਫੜਦਾ। ਹੁਣ ਦੇਖੋ ਬੇਟੇ, ਦੂਜੇ ਲਾਈਨ ਵਿੱਚ, ਉਹ ਘੱਟੋ ਘੱਟ ਤਾਪਮਾਨ ਜਿਸ ਤੇ ਕੋਈ ਪਦਾਰਥ ਬਲਣ ਲੱਗਦਾ ਹੈ, ਉਸ ਦਾ ਜਾਲਣ ਤਾਪਮਾਨ ਅਖਵਾਉਂਦਾ ਹੈ। ਸਾਨੂੰ ਕਿਸੇ ਵੀ ਸਮਾਨ ਨੂੰ ਉਸ ਦੇ ਜਾਲਣ ਤਾਪਮਾਨ ਤੱਕ ਗਰਮ ਕਰਨਾ ਪੈਂਦਾ ਹੈ, ਉਦੋਂ ਹੀ ਉਹ ਅੱਗ ਫੜਦਾ ਹੈ। ਹੁਣ ਜਦੋਂ ਮਾਚਿਸ ਦੀ ਤਿੱਲੀ ਨਾਲ ਅਸੀਂ ਲੱਕੜ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸ ਨੂੰ ਆਗ ਨਹੀਂ ਲੱਗਦੀ, ਕਿਉਂਕਿ ਲੱਕੜ ਦਾ ਜਲਣ ਤਾਪਮਾਨ ਜ਼ਿਆਦਾ ਹੁੰਦਾ ਹੈ, ਲੱਕੜ ਨੂੰ ਬਹੁਤ ਜ਼ਿਆਦਾ ਗਰਮ ਕਰਨਾ ਪੈਂਦਾ ਤਾਂ ਉਹ ਅੱਗ ਫੜਦੀ ਹੈ। ਕਾਗਜ਼ ਦਾ ਜਲਣ ਤਾਪਮਾਨ ਘੱਟ ਹੁੰਦਾ ਹੈ, ਜਦੋਂ ਮਾਚਿਸ ਦੀ ਤਿੱਲੀ ਨਾਲ ਕਾਗਜ਼ ਨੂੰ ਅੱਗ ਲਾਉਂਦੇ, ਕਾਗਜ਼ ਨੂੰ ਅੱਗ ਲੱਗ ਜਾਂਦੀ ਹੈ। ਤੇ ਕੋਈ ਵੀ ਪਦਾਰਥ ਹੈ, ਜਦੋਂ ਤੱਕ ਅਸੀਂ ਉਸ ਦੇ ਜਾਲਣ ਤਾਪਮਾਨ ਤੱਕ ਉਸ ਨੂੰ ਗਰਮ ਨਹੀਂ ਕਰਦੇ हैं, ਉਹ ਅੱਗ ਨਹੀਂ ਫੜਦਾ। ਇਸੀ ਆਧਾਰ ਤੇ ਬੇਟੇ ਆਪਣੀ ਮਾਚਿਸ ਬਣੀ ਹੋਈ ਹੈ, ਮਾਚਿਸ ਦੀ ਤਿੱਲੀਆਂ ਬਣੀ ਹੋਈਆਂ। ਮਾਚਿਸ ਦੀ ਜਿਹੜੀ ਤਿੱਲੀ ਹੈ, ਉਹਨਾਂ ਤੇ ਬੇਟੇ ਲੱਗਿਆ ਹੁੰਦਾ ਹੈ ਐਂਟੀਮਨੀ ਟ੍ਰਾਈਸਲਫਾਈਡ, ਤੇ ਮਾਚਿਸ ਦੇ ਜਿਹੜਾ ਲਾਲ ਰੰਗ ਦਾ ਖੁਰਦਰਾ ਪਦਾਰਥ ਹੁੰਦਾ ਉਹ ਫਾਸਫੋਰਸ ਲੱਗਿਆ ਹੁੰਦਾ ਹੈ। ਜਦੋਂ ਤੁਸੀਂ ਤਿੱਲੀ ਨੂੰ ਉਸ ਨਾਲ ਰਗੜਦੇ ਹੈ, ਰਗੜਨ ਨਾਲ ਮਾੜੀ ਜਿਹੀ ਗਰਮੀ ਪੈਦਾ ਹੁੰਦੀ ਹੈ, ਉਸ ਗਰਮੀ ਨਾਲ ਉਹ ਲਾਲ ਫਾਸਫੋਰਸ ਸਫੇਦ ਫਾਸਫੋਰਸ ਵਿੱਚ ਬਦਲ ਜਾਂਦਾ ਹੈ ਤੇ ਉਸ ਨੂੰ ਅੱਗ ਲੱਗ ਜਾਂਦੀ ਹੈ, ਤੇ ਮਾਚਿਸ ਨੂੰ ਛੋਟੀ ਸੀ ਰਗੜਨ ਨਾਲ ਅੱਗ ਲੱਗ ਜਾਂਦੀ ਹੈ। ਕੋਈ ਵੀ ਬੇਟੇ ਪਦਾਰਥ ਹੈ, ਜਦੋਂ ਤੱਕ ਅਸੀਂ ਉਸ ਦੇ ਜਲਣ ਤਾਪਮਾਨ ਤੱਕ ਉਸ ਨੂੰ ਗਰਮ ਨਹੀਂ ਕਰਦੇ, ਉਸ ਨੂੰ ਅੱਗ ਨਹੀਂ ਲੱਗਦੀ। ਹੁਣ ਕੁਝ ਪਦਾਰਥਾਂ ਦਾ ਜਲਣ ਤਾਪਮਾਨ ਬਹੁਤ ਘੱਟ ਹੁੰਦਾ ਹੈ, ਜਿਵੇਂ ਮਿੱਟੀ ਦਾ ਤੇਲ, ਡੀਜ਼ਲ, ਪੈਟਰੋਲ। ਇਹਨਾਂ ਤੁਸੀਂ ਮਾਚਿਸ ਦੀ ਤਿੱਲੀ ਦੂਰੋਂ ਦਿਖਾਓ, LPG, ਜਿਵੇਂ ਰਸੋਈ ਦੇ ਵਿੱਚ, ਕਿਚਨ ਵਿੱਚ ਤੁਹਾਡੀ ਮਾਤਾ ਜੀ ਕੰਮ ਕਰਦੀ ਹੈ, ਉਹਨੂੰ ਸਵਿਚ ਨੂੰ ਔਨ ਕਰਦੀ ਹੈ, ਤਿੱਲੀ ਦੂਰ ਰੱਖਦੀ ਹੈ, ਉਸ ਤੋਂ ਇੱਕਦਮ ਤੋਂ ਅੱਗ ਫੜ ਲੈਂਦੀ ਹੈ। ਉਹ ਇਹਨਾਂ ਦਾ ਜਲਣ ਤਾਪਮਾਨ ਬੇਟੇ ਬਹੁਤ ਘੱਟ ਹੁੰਦਾ ਹੈ, ਤੇ ਇਹਨਾਂ ਦੀ ਵਰਤੋਂ ਕਰਨ ਵੇਲੇ ਆਪਾਂ ਨੂੰ ਬਹੁਤ ਸਾਵਧਾਨੀ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਥੋੜੀ ਜਿਹੀ ਅੱਗ ਨਾਲ ਹੀ ਅੱਗ ਫੜ ਲੈਂਦੀ ਹੈ। ਜਿਸ ਪਦਾਰਥ ਦਾ ਜਲਣ ਤਾਪਮਾਨ ਘੱਟ ਹੁੰਦਾ ਹੈ ਉਸ ਨੂੰ ਅੱਗ ਛੇਤੀ ਲੱਗਦੀ ਹੈ, ਜਿਸ ਪਦਾਰਥ ਦਾ ਜਲਣ ਤਾਪਮਾਨ ਵੱਧ ਹੁੰਦਾ ਹੈ ਉਸ ਨੂੰ ਅੱਗ ਦੇਰ ਨਾਲ ਲੱਗਦੀ ਹੈ। ਆਹ ਇੱਕ ਹੋਰ ਕਿਰਿਆ ਹੈ ਬੇਟੇ 6.4, ਬਹੁਤ ਹੀ ਸੌਖੀ ਹੈ, ਵਧੀਆ ਵੀ ਹੈ, ਇੰਟਰਸਟਿੰਗ ਬਹੁਤ ਹੈ। ਜੇ ਅਸੀਂ ਕਿਸੇ ਨੂੰ ਕਹੀਏ, ਦੇਖੋ ਜੀ ਕਾਗਜ਼ ਦੇ ਵਿੱਚ ਪਾਣੀ ਗਰਮ ਹੋ ਜਾਂਦਾ ਹੈ, ਉਹ ਕਹਿੰਦਾ ਨਹੀਂ ਵੀ ਕਾਗਜ਼ ਵਿੱਚ ਪਾਣੀ ਕਿਵੇਂ ਗਰਮ ਹੋ ਜਾਊਗਾ, ਕਾਗਜ਼ ਨੂੰ ਤਾਂ ਅੱਗ ਲੱਗ ਜੂਗੀ। ਹੁਣ ਦੇਖੋ, ਕਾਗਜ਼ ਦਾ ਕੱਪ ਹੁੰਦਾ, ਜਿਵੇਂ ਬਾਜ਼ਾਰ ਵਿੱਚ ਵੀ ਕੱਪ ਮਿਲਦੇ, ਜਿਵੇਂ ਚਾਹ ਪੀਂਦੇ ਲੋਕ ਕਾਗਜ਼ ਦੇ ਕੱਪ ਹੁੰਦੇ ਨੇ, ਤੁਸੀਂ ਆਪ ਵੀ ਬਣਾ ਸਕਦੇ ਹੋ ਬੇਟੇ। ਆ ਕੋਨ ਸ਼ੇਪ ਦੇ ਵਿੱਚ ਇੱਕ ਮੋਮਬੱਤੀ ਲਓ, ਉਹਨੂੰ ਜਲਾਓ, ਇਸ ਕਾਗਜ਼ ਦੇ ਕੋਨ ਸ਼ੇਪ ਕੱਪ ਦੇ ਵਿੱਚ ਪਾਣੀ ਭਰ ਲਓ, ਇਸ ਨੂੰ ਅੱਗ ਦੇ ਉੱਤੇ ਗਰਮ ਕਰੋ। ਤੁਸੀਂ ਇਹਨੂੰ ਅੱਗ ਦੇ ਉੱਤੇ ਗਰਮ ਕਰੋਗੇ, ਤੁਹਾਨੂੰ ਲੱਗਦਾ ਹੈ ਕਾਗਜ਼ ਜਲ ਜਾਊਗਾ, ਪਰ ਨਹੀਂ ਬੇਟੇ, ਕਾਗਜ਼ ਨਹੀਂ ਜਲੂਗਾ, ਸਗੋਂ ਤੁਹਾਡਾ ਪਾਣੀ ਗਰਮ ਹੋ ਜਾਊਗਾ। ਇਹ ਕਿਵੇਂ ਹੋਇਆ? ਜਦੋਂ ਬੇਟੇ ਮੋਮਬੱਤੀ ਜਲਦੀ ਹੈ, ਉਸਨੇ ਜਿਹੜਾ ਤਾਪ ਪੈਦਾ ਕਰਦੀ ਹੈ, ਪਹਿਲੇ ਉਹ ਕਾਗਜ਼ ਨੂੰ ਜਲਦਾ ਹੈ, ਪਰ ਕਾਗਜ਼ ਦੇ ਜਲਣ ਤਾਪਮਾਨ ਨੂੰ ਪ੍ਰਾਪਤ ਹੋਣ ਤੋਂ ਪਹਿਲਾਂ ਹੀ ਕਾਗਜ਼ ਜਿਹੜਾ ਤਾਪਮਾਨ ਹੈ ਉਹ ਪਾਣੀ ਨੂੰ ਦੇ ਦਿੰਦਾ ਹੈ। ਟ੍ਰਾਂਸਫਰ ਆਫ ਹੀਟ 7ਵੀਂ ਕਲਾਸ 'ਚ ਅਸੀਂ ਪੜ੍ਹਿਆ ਹੈ, ਸੰਵਹਨ ਕਿਰਿਆ ਰਾਹੀਂ, ਚਾਲਨ ਕਿਰਿਆ ਰਾਹੀਂ, ਮੋਮਬੱਤੀ ਦਾ ਤਾਪ ਕਾਗਜ਼ ਨੂੰ ਗਰਮ ਕਰਦਾ ਹੈ, ਪਰ ਕਾਗਜ਼ ਗਰਮ ਹੋਣ ਤੋਂ ਪਹਿਲਾਂ ਹੀ ਆਪਣਾ ਤਾਪ ਪਾਣੀ ਨੂੰ ਦੇ ਦਿੰਦਾ ਹੈ, ਤੇ ਜਿੰਨਾ ਮੋਮਬੱਤੀ ਜਲੇ ਜਾਊਗੀ ਉਤਨਾ ਹੀ ਪਾਣੀ ਗਰਮ ਹੋ ਜਾਊਗਾ, ਕਾਗਜ਼ ਨੂੰ ਅੱਗ ਨਹੀਂ ਲੱਗੂਗੀ।
ਠੀਕ ਹੈ ਬੇਟੇ। ਜੇ ਅਸੀਂ ਕਾਗਜ਼ ਦਾ ਪਾਣੀ ਕੱਢ ਦਿੰਦੇ ਹਾਂ, ਫਿਰ ਕਾਗਜ਼ ਨੂੰ ਗਰਮ ਕਰਦੇ ਹਾਂ, ਫਿਰ ਕਾਗਜ਼ ਨੂੰ ਅੱਗ ਲੱਗ ਜੂਗੀ, ਕਿਉਂਕਿ ਕਾਗਜ਼ ਨੂੰ ਜਿੰਨਾ ਵੀ ਤਾਪਮਾਨ ਮਿਲੂਗਾ ਉਹ ਕਾਗਜ਼ ਉਸ ਦੇ ਨਾਲ ਕਾਗਜ਼ ਦਾ ਜਲਨ ਤਾਪਮਾਨ ਪ੍ਰਾਪਤ ਹੋ ਜਾਊਗਾ ਅਤੇ ਕਾਗਜ਼ ਜਲ ਜਾਊਗਾ। ਪਰ ਜੇ ਇਹਦੇ 'ਚ ਪਾਣੀ ਰੱਖਦੇ ਹਾਂ ਭਰ ਕੇ, ਫਿਰ ਕਾਗਜ਼ ਦਾ ਜਲਨ ਤਾਪਮਾਨ ਪ੍ਰਾਪਤ ਨਹੀਂ ਹੁੰਦਾ ਅਤੇ ਕਾਗਜ਼ ਨੂੰ ਅੱਗ ਨਹੀਂ ਲੱਗਦੀ। ਪਤਾ ਲੱਗਿਆ ਬੇਟੇ ਜਲਨ ਤਾਪਮਾਨ ਕੀ ਹੁੰਦਾ ਹੈ? ਜਲਨ ਤਾਪਮਾਨ ਉਹ ਘੱਟੋ ਘੱਟ ਤਾਪਮਾਨ ਹੈ ਜਿਸ ਤਾਪਮਾਨ ਤੇ ਕੋਈ ਜਲਨਸ਼ੀਲ ਪਦਾਰਥ ਅੱਗ ਫੜਦਾ ਹੈ। ਹੁਣ ਆ ਦੇਖੋ, ਜਿਨ੍ਹਾਂ ਪਦਾਰਥਾਂ ਦਾ ਜਲਨ ਤਾਪਮਾਨ ਬਹੁਤ ਘੱਟ ਹੁੰਦਾ ਹੈ, ਜਿਹੜੇ ਲਾਟ ਦੇ ਨਾਲ ਆਸਾਨੀ ਨਾਲ ਅੱਗ ਫੜ ਲੈਂਦੇ ਹੈ, ਉਹ ਜਲਨਸ਼ੀਲ ਪਦਾਰਥ ਅਖਵਾਉਂਦੇ ਹੈ। ਜਲਨਸ਼ੀਲ ਪਦਾਰਥ ਦੀਆਂ ਉਦਾਹਰਨਾਂ ਹਨ ਪੈਟਰੋਲ, ਐਲਕੋਹਲ, ਦਰਵਿਤ ਪੈਟਰੋਲੀਅਮ ਗੈਸ LPG। ਤੁਸੀਂ ਹੋਰ ਵੀ ਇਸ ਤਰ੍ਹਾਂ ਦੇ ਸਮਾਨਾਂ ਦੀ ਸੂਚੀ ਬਣਾ ਸਕਦੇ ਹੋ। ਇਸ ਦੇ ਵਿੱਚ ਆਉਂਦਾ ਬੇਟੇ ਅੱਗ, ਕਿ ਅਸੀਂ ਅੱਗ ਨੂੰ ਕਿਵੇਂ ਕਾਬੂ ਕਰਦੇ ਹਾਂ। ਪਹਿਲੇ ਤੁਹਾਨੂੰ ਦੱਸਿਆ ਸੀ ਪਾਠ ਦੇ ਸ਼ੁਰੂ ਵਿੱਚ, ਅੱਗ ਲਾਉਣ ਲਈ ਆਪਾਂ ਨੂੰ ਕੀ ਕੀ ਚੀਜ਼ਾਂ ਚਾਹੀਦੀਆਂ। ਇੱਕ ਤਾਂ ਜਲਨਸ਼ੀਲ ਪਦਾਰਥ ਚਾਹੀਦਾ ਹੈ, ਇੱਕ ਆਕਸੀਜਨ ਦੀ ਸਪਲਾਈ ਹੋਣੀ ਚਾਹੀਦੀ ਹੈ, ਹਵਾ ਉੱਥੇ ਹੋਣੀ ਚਾਹੀਦੀ ਹੈ। ਇੱਕ ਜਲਨਸ਼ੀਲ ਪਦਾਰਥ ਦੇ ਚਾਲਣ ਤਾਪਮਾਨ ਤੱਕ ਉਸ ਨੂੰ ਗਰਮ ਕੀਤਾ ਜਾਣਾ ਚਾਹੀਦਾ ਹੈ। ਇਹ ਤਿੰਨ ਚੀਜ਼ਾਂ ਦੇ ਨਾਲ ਹੀ ਅੱਗ ਲੱਗਦੀ ਹੈ। ਹੁਣ ਜਦੋਂ ਅਸੀਂ ਅੱਗ ਨੂੰ ਬੁਝਾਉਂਦੇ ਹਾਂ, ਅਸੀਂ ਕੀ ਕਰਦੇ ਹਾਂ? ਇਹਨਾਂ ਤਿੰਨਾਂ 'ਚੋਂ ਕੋਈ ਵੀ ਇੱਕ ਚੀਜ਼ ਤੁਸੀਂ ਹਟਾ ਲਓ ਜਾਂ ਤਿੰਨੋਂ ਚੀਜ਼ ਰਿਮੂਵ ਕਰ ਦਿਓ, ਉੱਥੋਂ ਅੱਗ ਬੁਝ ਜੂਗੀ। ਹੁਣ ਜਿਵੇਂ ਲੱਕੜ ਨੂੰ ਅੱਗ ਲੱਗੀ, ਲੱਕੜ ਨੂੰ ਤੇ ਤੋੜ ਕੇ ਅਲੱਗ ਕਰ ਦਿਓ, ਕਾਗਜ਼ ਨੂੰ ਅਲੱਗ ਕਰ ਦਿਓ, ਅੱਗ ਬੁਝ ਜੂਗੀ। ਪਰ ਬੇਟੇ ਹਰ ਥਾਂ 'ਤੇ ਇਹ ਪੋਸੀਬਲ ਨਹੀਂ ਹੁੰਦਾ ਕਿ ਅਸੀਂ ਜਲਨਸ਼ੀਲ ਪਦਾਰਥ ਨੂੰ ਵੱਖਰਾ ਕਰ ਦਈਏ। ਹੁਣ ਜਿਵੇਂ ਕਿਸੇ ਮਕਾਨ ਨੂੰ, ਬਿਲਡਿੰਗ ਨੂੰ ਦੇਖੋ ਬੇਟੇ, ਅੱਗ ਲੱਗੀ ਹੈ, ਚਲੋ ਅਸੀਂ ਪਾਣੀ ਪਾ ਕੇ ਬੁਝਾ ਲੈਂਦੇ ਹਾਂ। ਪਾਣੀ ਕੀ ਕਰਦਾ ਹੈ? ਪਾਣੀ ਕਰਦਾ ਹੈ ਮਕਾਨ ਦੇ ਜਿਹੜਾ ਤਾਪਮਾਨ ਹੈ ਉਸਨੂੰ ਘੱਟ ਕਰ ਦਿੰਦਾ ਹੈ। ਤਾਪਮਾਨ ਘੱਟ ਹੋਣ ਨਾਲ ਉਸਦੀ ਅੱਗ ਬੁਝ ਜਾਂਦੀ ਹੈ, ਠੰਡਾ ਕਰ ਦਿੰਦਾ ਹੈ ਪਾਣੀ ਉਸਨੂੰ। ਪਰ ਕਈ ਥਾਵਾਂ 'ਤੇ ਬੇਟੇ ਜਲਨਸ਼ੀਲ ਪਦਾਰਥ ਨੂੰ ਵੀ ਅਲੱਗ ਨਹੀਂ ਕਰ ਸਕਦੇ, ਉਸਦੇ ਪਾਣੀ ਨਾਲ ਵੀ ਨਹੀਂ ਕਰ ਸਕਦੇ। ਜਿਵੇਂ ਕਿ ਮੰਨ ਲਓ ਕਿਸੇ ਮਕਾਨ ਨੂੰ, ਦੇਖੋ ਬੇਟੇ ਚਿੱਤਰ 6.7 ਵਿੱਚ ਦਿਖਾਇਆ ਗਿਆ ਹੈ। ਮੰਨ ਲਓ ਕਿਸੇ ਮਕਾਨ ਦੇ ਵਿੱਚ ਸ਼ਾਰਟ ਸਰਕਟ ਨਾਲ ਅੱਗ ਲੱਗੀ, ਬਿਜਲੀ ਦੇ ਨਾਲ ਅੱਗ ਲੱਗੀ ਹੈ, ਫਿਰ ਕੀ ਅਸੀਂ ਪਾਣੀ ਪਾਵਾਂਗੇ? ਨਹੀਂ। ਪਾਣੀ ਤਾਂ ਬਿਜਲੀ ਦਾ ਚਾਲਕ ਹੈ, ਕਰੰਟ ਫੈਲ ਜਾਊਗਾ। ਉਲਟਾ ਜਿਹੜਾ ਅੱਗ ਬੁਝਾ ਕੇ ਉਹਨੂੰ ਕਰੰਟ ਲੱਗਣ ਦਾ ਖਤਰਾ ਹੁੰਦਾ ਹੈ, ਕੋਈ ਹੋਰ ਦੁਰਘਟਨਾ ਹੋ ਸਕਦੀ ਹੈ। ਇਸ ਲਈ ਬੇਟੇ ਸ਼ਾਰਟ ਸਰਕਟ ਦੀ ਅੱਗ ਦੇ ਵਿੱਚ ਜਾਂ ਪੈਟਰੋਲ ਜਾਂ ਡੀਜ਼ਲ ਵਿੱਚ ਲੱਗੀ ਅੱਗ ਨੂੰ ਅਸੀਂ ਪਾਣੀ ਨਾਲ ਨਹੀਂ ਬੁਝਾਉਂਦੇ। ਫਿਰ ਕਿਹਦੇ ਨਾਲ ਬੁਝਾਉਂਦੇ ਆ ਬੇਟੇ? ਇਸ ਨੂੰ ਬੁਝਾਉਣ ਲਈ ਕੀ ਕਰਦੇ ਆ ਬੇਟੇ? ਅਸੀਂ ਕਾਰਬਨ ਡਾਈਆਕਸਾਈਡ ਦੇ ਸਿਲੰਡਰ ਦੀ ਵਰਤੋਂ ਕਰਦੇ ਹਾਂ। ਦੇਖੇ ਤੁਸੀਂ ਆਪਣੇ ਸਕੂਲ 'ਚ ਵੀ ਰੱਖੇ ਸਿਲੰਡਰ ਇਸ ਤਰ੍ਹਾਂ ਦੇ। ਇਹ ਸਿਲੰਡਰ ਵਿੱਚ ਕੀ ਹੁੰਦਾ? ਇਸ ਸਿਲੰਡਰ ਵਿੱਚ ਕਾਰਬਨ ਡਾਈਆਕਸਾਈਡ ਗੈਸ ਭਰੀ ਹੁੰਦੀ ਹੈ ਦਰਵਿਤ ਰੂਪ ਦੇ ਵਿੱਚ। ਜਦੋਂ ਉਹਨੂੰ ਬਾਹਰ ਕੱਢਦੇ ਹਾਂ, ਉਹ ਗੈਸ ਦੇ ਰੂਪ ਵਿੱਚ ਫੈਲ ਜਾਂਦੀ ਹੈ। ਜਿੱਥੇ ਅੱਗ ਲੱਗੀ ਹੁੰਦੀ ਹੈ ਉੱਥੇ ਉਸਦਾ ਛਿੜਕਾਅ ਕਰਦੇ ਹਾਂ। ਜਦੋਂ ਛਿੜਕਾਅ ਕਰਦੇ ਹਾਂ ਅੱਗ ਦਾ, ਤੇ ਕਾਰਬਨ ਡਾਈਆਕਸਾਈਡ ਕੀ ਕਰਦੀ ਹੈ? ਉਸ ਸਾਰੇ ਏਰੀਏ ਨੂੰ ਕੰਬਲ ਵਾਂਗੂ ਢੱਕ ਲੈਂਦੀ ਹੈ। ਜਿਵੇਂ ਕੰਬਲ ਇਨਸਾਨ ਨੂੰ ਢੱਕ ਲੈਂਦਾ ਹੈ, ਇਸ ਤਰ੍ਹਾਂ CO2 ਨੂੰ ਢੱਕ ਲੈਂਦੀ ਹੈ। CO2 ਦੇ ਕਵਰ ਦੇ ਨਾਲ ਉਸ ਥਾਂ 'ਤੇ ਆਕਸੀਜਨ ਦੀ ਸਪਲਾਈ ਰੁਕ ਜਾਂਦੀ ਹੈ। ਹੁਣ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਸੀਗਾ, ਅੱਗ ਬੁਝਾਉਣ ਲਈ ਜਾਂ ਤਾਂ ਜਲਨਸ਼ੀਲ ਪਦਾਰਥ ਨੂੰ ਹਟਾ ਦਿਓ, ਜਾਂ ਤਾਪਮਾਨ ਘੱਟ ਕਰ ਦਿਓ, ਜਾਂ ਆਕਸੀਜਨ ਦੀ ਸਪਲਾਈ, ਹਵਾ ਦੀ ਸਪਲਾਈ ਰੋਕ ਦਿਓ। ਹੁਣ ਕਾਰਬਨ ਡਾਈਆਕਸਾਈਡ ਕੀ ਕੰਮ ਕਰਦੀ ਹੈ? ਹਵਾ ਦੀ ਸਪਲਾਈ ਨੂੰ ਰੋਕ ਦਿੰਦੀ ਹੈ। ਇਸ ਦੇ ਨਾਲ ਜਿਹੜੀ ਅੱਗ ਹੈ ਉਹ ਬੁਝ ਜਾਂਦੀ ਹੈ। ਤੇ ਬੇਟੇ ਇਹ ਸੀਗਾ ਆਪਣਾ ਜਾਲਣ ਪਾਠ, ਅਸੀਂ ਪੜ੍ਹ ਲਿਆ ਹੈ। ਹੁਣ ਜਾਲਣ ਦੇ ਵਿੱਚ ਇਸ ਤੋਂ ਬਾਅਦ ਬੇਟੇ ਅਸੀਂ ਪੜ੍ਹਾਂਗੇ ਲਾਟ। ਇਹ ਅਸੀਂ ਅਗਲੇ ਟੌਪਿਕ ਵਿੱਚ ਕਵਰ ਕਰਾਂਗੇ।